जी सारे ਜ਼ਿਮੀਂਦਾਰ ਭਰਾਵਾਂ ਨੂੰ ਵੈਲਕਮ ਜੀ। ਸਭ ਤੋਂ ਪਹਿਲੀ ਗੱਲ ਵੇਖੋ ਕਿ ਇੱਕ ਸਾਡੇ ਕੋਲ ਆਏ ਇਜਾਜ਼ ਸਾਹਿਬ ਨੇ, ਇਹ ਜਦੀਦ ਜਿੱਦਤ ਪਸੰਦ ਫਾਰਮਰ ਨੇ। ਅਸੀਂ ਇਹਨਾਂ ਕੋਲ ਆਏ ਆ ਇੱਥੇ ਰਾਵੀ ਬੈਲਟ ਦੇ ਉੱਤੇ। ਵੇਖੋ ਇਹਨਾਂ ਨੇ ਕੈਨਵਾ ਕਾਸ਼ ਕੀਤਾ ਹੈ ਸਿਰਫ ਸ਼ੌਕ ਦੀ ਵਜ੍ਹਾ ਤੋਂ ਕਿ ਅਸੀਂ ਨਵੀਂ ਜਦੀਦ ਚੀਜ਼ ਨੂੰ ਕਾਸ਼ ਕਰੀਏ, ਔਰ ਇਹ ਜਾਣੇ ਬਗੈਰ ਕਾਸ਼ ਕੀਤਾ ਹੈ ਕਿ ਅੱਗੇ ਇਹਨਾਂ ਮੰਡੀ ਦੇ ਵਿੱਚ ਸਿਨੈਰੀਓ ਕੀ ਹੈ, ਅੱਗੇ ਇਹਦੀ ਸੂਰਤ-ਹਾਲ ਕੀ, ਇਹ ਚੀਜ਼ਾਂ ਜਾਣੇ ਬਗੈਰ ਸਿਰਫ ਟਰਸਟ ਇਹਨੂੰ ਕਹਿੰਦੇ ਨੇ ਤਵੱਕਲ। ਮੇਰੇ ਲਫ਼ਜ਼ਾਂ ਦੇ ਵਿੱਚ ਇਸ ਤਰ੍ਹਾਂ ਦੀ ਜਿੱਦਤ ਪਸੰਦ ਸੋਚ ਜਿਹੜੇ ਜ਼ਿਮੀਂਦਾਰਾਂ 'ਚ ਹੈ, ਉਸ ਜ਼ਿਮੀਂਦਾਰਾਂ ਦੀ ਵਜ੍ਹਾ ਤੋਂ ਇਹ ਜ਼ਰਾਅਤ ਦਾ ਮਹਿਕਮਾ ਜਿਹੜਾ ਸਾਡਾ ਹੈ ਇਹ ਤਰੱਕੀ ਕਰ ਸਕਦਾ ਹੈ। 90% ਲੋਕ ਕਾਪੀ ਕਰਨਾ ਚਾਹੁੰਦੇ ਨੇ, ਜਿਹੜੇ ਲੋਕ ਪਹਿਲੇ ਕੰਮ ਕਰ ਰਹੇ ਨੇ ਉਹਨਾਂ ਨੂੰ ਕਾਪੀ ਕਰਨਾ ਚਾਹੁੰਦੇ ਨੇ, ਲੇਕਿਨ ਬਹੁਤ ਕੰਮ ਦੋਸਤ ਹੁੰਦੇ ਨੇ, ਬਹੁਤ ਕੰਮ ਇੰਨਾ ਜਿਗਰਾ ਇੰਨਾ ਹੌਸਲਾ ਪੈਦਾ ਕਰਦੇ ਨੇ ਕਿ ਅਸੀਂ ਕਿਸੇ ਨਵੀਂ ਚੀਜ਼ ਨੂੰ ਕਾਸ਼ ਕਰੀਏ। ਇਹ ਕੈਨਵਾ ਦੀ ਫਸਲ ਹੈ, ਇਹ ਤੁਸੀਂ ਸੁਣਿਆ ਉਸੇ ਨੈਟ ਤੇ ਸੁਪਰ ਫੂਡ ਦੇ ਨਾਂ ਤੇ ਜ਼ਰਈ ਯੂਨੀਵਰਸਿਟੀ ਵਾਲੇ ਇਹਨੂੰ ਸੁਪਰ ਫੂਡ ਕਹਿੰਦੇ ਨੇ। ਕਈ ਦੋਸਤ ਹੁੰਦੇ ਨੇ ਹੈਲਥ ਪ੍ਰੋਬਲਮਸ ਹੁੰਦੇ ਨੇ, ਗਲੂਟਨ ਫ੍ਰੀ, ਗਲੂਟਨ ਤੋਂ ਐਲਰਜੀ ਹੁੰਦੀ ਹੈ, ਦਿਲ ਦੇ ਮਸਲੇ ਹੁੰਦੇ ਨੇ, ਉਹਦੇ ਵਾਸਤੇ ਫਸਲ ਹੈ। ਲਾਹੌਰ ਦੇ ਸੁਪਰ ਸਟੋਰਾਂ ਦੇ ਵਿੱਚ ਕੈਨਵਾ 1 ਕਿਲੋ 2000-3000 ਰੁਪਏ ਦਾ ਸੇਲ ਹੋ ਰਿਹਾ, ਇਹਦੇ ਤੋਂ ਵੀ ਮਹਿੰਗਾ ਸੇਲ ਹੋ ਰਿਹਾ। ਤੇ ਰਾਏ ਸਾਹਿਬ ਨੇ ਕਾਸ਼ ਕੀਤਾ ਹੈ। ਛੋਟੇ ਛੋਟੇ ਸਵਾਲਾਂ ਦੇ ਜਵਾਬ ਅਸੀਂ ਪੁੱਛਾਂਗੇ ਤੁਹਾਡੇ ਸਾਦਾ ਜਿਹੇ ਜ਼ਿਮੀਂਦਾਰਾਂ ਵਾਸਤੇ ਵੀ ਇਹ ਕਿਵੇਂ ਕਾਸ਼ ਹੁੰਦਾ ਹੈ। ਅੱਛਾ ਰਾਏ ਸਾਹਿਬ, ਇਹ ਸਭ ਤੋਂ ਪਹਿਲੇ ਬੀਜ ਕਿੰਨਾ ਪੈਂਦਾ ਹੈ ਜੀ? ਬਿਸਮਿल्लाह-र-रहमान-र-रहीम। ਇਹਦੇ ਤਕਰੀਬਨ 3 ਕਿਲੋ ਬੀਜ ਪੈਂਦਾ ਹੈ ਜੀ। ਜੀ ਠੀਕ। 3 ਕਿਲੋ ਵੈਸੇ ਤਾਂ 2 ਕਿਲੋ ਵੀ ਕਾਫੀ ਹੁੰਦਾ, ਲੇਕਿਨ 3 ਕਿਉਂਕਿ ਇਹਦੀ ਜਰਮੀਨੇਸ਼ਨ ਜਿਹੜੀ ਹੈ ਥੋੜੀ ਜਿਹੀ ਘੱਟ ਹੁੰਦੀ ਹੈ, 70 ਤੋਂ ਲੈ ਕੇ 75% ਤੱਕ ਇਹਦੀ ਜਰਮੀਨੇਸ਼ਨ ਹੁੰਦੀ ਹੈ, ਇਸ ਲਈ 3 ਕਿਲੋ ਬੀਜ ਜਿਹੜਾ ਹੈ ਉਹ ਜ਼ਿਆਦਾ ਬਿਹਤਰ ਰਹਿੰਦਾ ਹੈ। ਤੇ ਛੱਟੇ ਤੇ ਕਾਸ਼ਤ ਹੁੰਦਾ? ਛੱਟੇ ਤੇ ਕਾਸ਼ਤ ਹੁੰਦਾ, ਲੇਕਿਨ ਉਹਦੇ ਨਾਲ ਅਗਰ ਖਾਲੀਆਂ ਕੱਢ ਰਹੀਆਂ ਜਾਵੇ ਤਾਂ ਜ਼ਿਆਦਾ ਬਿਹਤਰ ਹੋ ਜਾਂਦਾ ਹੈ। ਜੀ ਜੀ। ਤੇ ਅਗਰ ਛੱਟੇ ਤੇ ਬਿਹਤਰੀਨ ਕਾਸ਼ਤ ਹੁੰਦਾ ਹੈ, ਛੱਟੇ ਤੇ ਲੱਗਾ ਹੋਇਆ ਤੁਹਾਡੇ ਸਾਹਮਣੇ ਫਸਲ ਖਲੋਤੀ ਹੈ। ਤੇ ਇਹਦਾ ਤੁਸੀਂ ਸਮਝਦੇ ਜੇ ਵੀ ਇਹ ਖੇਲੀਆਂ ਜ਼ਿਆਦਾ ਬਿਹਤਰ ਨੇ? ਖੇਲੀਆਂ ਤੇ ਜ਼ਿਆਦਾ ਬਿਹਤਰ ਹੈ, ਕਿਉਂਕਿ ਮੈਨੂੰ ਜ਼ਰਾ ਇਸ ਵਾਰ ਮੈਂ ਸੀਡ ਲੈਂਦਾ ਮੈਂ ਵੀ ਥੋੜਾ ਜਿਹਾ ਲੇਟ ਹੋ ਗਿਆ ਜੀ ਜੀ। ਤੇ ਖਾਲੀਆਂ ਦਾ ਜਿਹੜਾ ਹੈ ਨਹੀਂ ਉਹ ਖੇਲੀਆਂ ਦਾ ਮੌਕਾ ਨਾ ਮਿਲ ਸਕਿਆ। ਤੇ ਇਹਦੇ ਵਾਸਤੇ ਬਸ ਤਿਆਰੀ ਇਹ ਹੀ ਹੈ ਜੀ ਕਿ ਪਹਿਲੇ ਜਿਹੜੀ ਜ਼ਮੀਨ ਦੀ ਤਿਆਰੀ ਉਹ ਜ਼ਬਰਦਸਤ ਹੋਣੀ ਚਾਹੀਦੀ ਕਿ ਸਾਰੀ ਜਿਹੜੀ ਹੈ ਨਾ ਜਿਹੜੀ ਬੂਟੀਆਂ ਦੀ ਦਵਾਈਆਂ ਇਹ ਉਹ ਇਸਤੇਮਾਲ ਪਹਿਲੇ ਕਰ ਲੈਣੇ ਚਾਹੀਦੇ ਨੇ। ਵਕਤੇ ਕਾਸ਼ਤ? ਵਕਤੇ ਕਾਸ਼ਤ ਤੇ ਕੀ ਵਕਤੇ ਕਾਸ਼ਤ ਇਹਦਾ? ਵਕਤ ਕਾਸ਼ਤ ਦਾ 15 ਅਕਤੂਬਰ ਤੋਂ ਲੈ ਕੇ 15 ਨਵੰਬਰ ਦਾ ਵਕਤ ਕਾਸ਼ਤ ਹੈ ਜੀ। ਬਿਹਤਰ। ਤੇ ਇਹਦੀ ਬਰਦਾਸ਼ਤ ਜਿਹੜੀ ਉਹ ਗੰਦਮ ਦੇ ਨਾਲ ਹੀ ਹੋ ਜਾਂਦੀ ਹੈ, ਬਿਲਕੁਲ ਦੇ ਨਾਲ ਹੀ, ਔਰ ਕੋਈ ਹਾਰਵੈਸਟਿੰਗ ਵੇ ਦੀ ਮੁਸ਼ਕਲ ਕੋਈ ਨਹੀਂ। ਅੱਛਾ ਜੀ। ਆਮ ਰੂਟੀਨ ਵਿੱਚ ਹੀ ਨਹੀਂ ਕਿ ਜਿਵੇਂ ਤੁਸੀਂ ਕਟਾਈ ਕਰਨੀ ਜਿਵੇਂ ਗੰਦਮ ਦੀ ਹੁੰਦੀ ਉਵੇਂ ਕਟਾਈ ਤੇ ਉਸੇ ਹੀ ਥ੍ਰੈਸ਼ਰ ਵਿੱਚ ਜਿਹੜਾ ਨਹੀਂ ਇਹ ਹਾਰਵੈਸਟ ਹੋ ਜਾਂਦੀ ਹੈ। ਤੇ ਅੰਦਾਜ਼ਨ ਇਹ ਕਿੱਲੇ ਚ ਕਿੰਨਾ? ਇਹ ਜਿਹੜੀ ਅੱਛੀ ਫਸਲ ਹੁੰਦੀ ਵੈਸੇ ਤਾਂ ਨੈਟ ਤੇ 50 ਕਿਲੋ ਤੱਕ ਵੀ ਕਹਿੰਦੇ ਨੇ, ਲੇਕਿਨ 25 ਤੋਂ ਲੈ ਕੇ ਤੇ 30 ਮਣ ਤੱਕ ਜਿਹੜੀ ਹੈ ਨਹੀਂ ਇਹਦੀ ਸਹੀ ਜਿਹੜੀ ਹੈ ਐਵਰੇਜ ਹੈ। ਵੈਸੇ ਤਾਂ 50 ਮਣ 60 ਮਣ ਵੀ ਕਹਿੰਦੇ ਨੇ, ਲੇਕਿਨ ਇੰਨੀ ਮੇਰਾ ਨਹੀਂ ਖਿਆਲ ਕਿ ਹੈ ਕਿ 25 ਤੋਂ 30 ਮਣ ਦੀ ਜਿਹੜੀ ਸਹੀ ਹੈ। ਖਾਦਾਂ ਕਿੰਨੀਆਂ ਨੇ? ਖਾਦ ਇਹਦੇ ਚ ਕੋਈ ਖਾਸ ਕੋਈ ਨਹੀਂ, ਅੱਧੀ ਕੁ ਬੋਰੀ ਜਿਹੜੀ DAP ਥੱਲੇ ਪਾਉਣੀ ਹੁੰਦੀ ਹੈ, ਪੋਟਾਸ਼ ਥੋੜੀ ਜਿਹੀ ਹੁੰਦੀ ਹੈ ਤਾਂ ਕਿ ਇਹਦੀ ਸ਼ਾਈਨ ਵਗੈਰਾ, ਤੇ ਨਾਈਟ੍ਰੋਫਾਸ 1 ਬੋਰੀ ਤੇ 1 ਯੂਰੀਆ ਦੀ, ਤੇ ਬਾਕੀ ਜਿਹੜੀ ਆਮ SOP ਵਗੈਰਾ ਨੇ ਉਹ ਰੂਟੀਨ ਦੀਆਂ ਖਾਦਾਂ ਨੇ, ਜਿਵੇਂ ਗੰਦਮ ਵਿੱਚ ਪਾਈਦੀਆਂ ਨੇ। ਕੋਈ ਐਡੀ ਲੰਬੀ ਚੌੜੀ ਨੂੰ ਖੁਰਾਕ ਵੀ ਨਹੀਂ ਚਾਹੀਦੀ, ਲੇਕਿਨ ਇਹ ਖੁਦ ਜ਼ਬਰਦਸਤ ਖੁਰਾਕ ਹੈ ਹਾਰਟ ਪੇਸ਼ੈਂਟ ਲਈ, ਸ਼ੂਗਰ ਦੇ ਪੇਸ਼ੈਂਟਸ ਲਈ, ਜਾਂ ਉਹ ਲੋਕ ਜਿਨ੍ਹਾਂ ਨੂੰ ਗੰਦਮ ਤੋਂ ਜਾਂ ਚਾਵਲ ਤੋਂ ਐਲਰਜੀ ਹੁੰਦੀ ਉਹਨਾਂ ਵਾਸਤੇ ਇਹਨੂੰ ਸੁਪਰ ਡਾਈਟ, ਸੁਪਰ ਫੂਡ ਦਾ ਨਾਮ ਦਿੱਤਾ ਜਾਂਦਾ ਹੈ। ਇਹਨੂੰ ਫਿਰ ਖਾਂਦੇ ਕਿਵੇਂ ਨੇ ਜੀ? ਇਹਦੇ ਜਿਹੜਾ ਸੀਡ ਹੁੰਦਾ ਹੈ ਨਾ ਜੀ, ਇਹਦੇ ਤੇ ਹਲਕਾ ਜਿਹਾ ਛਿਲਕਾ ਹੁੰਦਾ ਹੈ, ਇਹਨੂੰ ਅੱਛੀ ਤਰ੍ਹਾਂ ਹੀ ਕਿ ਨਾ ਇਸ ਤਰ੍ਹਾਂ ਚੰਗੀ રીતે ਮਲ ਕੇ ਜੀ ਜੀ ਤੇ ਉਹ ਸਫਾਈ ਛਿਲਕਾ ਉਤਰ ਜਾਂਦਾ, 2-3 ਦਫਾ ਧੋਤੇ ਆ। ਇਹਦਾ ਦਲੀਆ ਬਣਦਾ ਹੈ, ਇਹਦੇ ਚਾਵਲਾਂ ਦੀ ਖੀਰ ਬਣਦੀ ਹੈ, ਜ਼ਬਰਦਸਤ ਕਿਸਮ ਦੀ ਨਿਕਲਦੀ ਹੁੰਦੀ ਹੈ, ਸਾਰੀਆਂ ਚੀਜ਼ਾਂ ਬਣਦੀਆਂ ਨੇ ਤੇ ਬੜਾ ਜ਼ਬਰਦਸਤ ਖੁਰਾਕ ਹੈ। ਰਾਜ ਸਾਹਿਬ, ਮੈਨੂੰ ਬੜੀ ਖੁਸ਼ੀ ਹੋਈ ਜੇ ਦਿਲੀ ਤੌਰ ਤੇ। ਮਿਹਰਬਾਨੀ। ਮੈਂ ਬੜੇ ਜ਼ਿਮੀਂਦਾਰ ਵਿਜ਼ਿਟ ਕਰੀਦੇ ਨੇ ਇੱਥੇ, ਜ਼ਿਮੀਂਦਾਰਾਂ ਵਾਸਤੇ ਤੁਸੀਂ ਇੱਕ ਪ੍ਰੋਗਰੈਸਿਵ ਕਿਸਮ ਦਾ ਪੈਗਾਮ ਦਿੱਤਾ ਹੈ ਜੀ। ਔਰ ਇਹ ਅਪਰੋਚ ਮੇਰੇ ਖਿਆਲ ਹੈ ਕਿ ਮੈਂ ਥੋੜੀ ਗੱਲ ਕਰਦਾ ਕਿ ਸ਼ਾਇਦ ਇਸ ਟਾਈਮ ਜ਼ਿਲ੍ਹਾ ਉਕਾੜਾ ਦੇ ਵੀ ਤਾਂ ਮੈਂ ਇਕੱਲਾ ਹੀ ਫਾਰਮਰ ਹਾਂ ਜਿਸਨੇ ਨਹੀਂ ਕਰੀ ਕਿਨਵਾ ਦੀ ਫਸਲ ਹੀ ਨਹੀਂ ਕਹਿਣਾ ਕਾਸ਼। ਬਿਲਕੁਲ ਇਸ ਤਰ੍ਹਾਂ ਜੀ, ਬਿਲਕੁਲ ਇਸ ਤੇ ਜ਼ਰੂਰ ਰਿਸਕ ਹੁੰਦਾ ਹੈ ਨਵੀਂ ਫਸਲ ਦੇ ਵਿੱਚ, ਲੇਕਿਨ ਰਿਸਕ ਦੇ ਨਾਲ ਹੀ ਸਾਰੀਆਂ ਅੱਗੇ ਗੱਲਾਂ ਬਣਦੀਆਂ ਨੇ। ਵੇਖੋ ਨਾ ਜੀ, ਰਿਸਕ ਲਿਆ ਪਤਾ ਨਹੀਂ ਕਿੰਨਿਆਂ ਵਾਸਤੇ ਤੁਸੀਂ ਇੱਕ ਨਵੀਂ ਰਾਹ ਖੋਲ ਦਿੱਤੀ। ਤੇ ਮੈਂ ਲਾਹੌਰ ਵਿਜ਼ਿਟ ਕੀਤਾ, ਲਾਹੌਰ ਅਲ-ਫਤਿਹ ਸਟੋਰ ਮੈਟਰੋ ਤੇ ਇਹ ਅਵੇਲੇਬਲ ਹੈ, ਕਰੀਫੋਰ ਤੇ ਵੀ ਅਵੇਲੇਬਲ ਹੈ। ਉੱਥੇ ਜਿਹੜੇ ਮੈਂ ਵੇਖੇ ਨੇ, ਇੱਕ ਕਰਾਚੀ ਦੀ ਕੰਪਨੀ ਹੈ ਜਿਹੜੀ ਇਹਨੂੰ ਪੀਰੂ ਤੋਂ ਇੰਪੋਰਟ ਕਰਕੇ ਇੱਥੇ ਪੈਕ ਕਰਕੇ ਵੇਚ ਰਹੀ ਹੈ। ਕੈਨੇਡਾ ਦਾ ਔਰ ਆਸਟ੍ਰੇਲੀਆ ਦਾ ਵੀ ਪੈਕਿੰਗ ਇੱਥੇ ਆਈ ਹੋਈ ਹੈ, ਨਹੀਂ ਕਿ ਨਾ ਇਸ ਤਰ੍ਹਾਂ ਕਰਕੇ ਨਹੀਂ ਕਿ ਨਾ ਜ਼ਿਆਦਾ ਇੰਪੋਰਟ ਹੋ ਰਿਹਾ ਹੈ ਇੱਥੇ, ਕਿਉਂਕਿ ਹੁੰਦਾ ਹੀ ਨਹੀਂ ਇੱਥੇ ਤੇ ਸਿਰਫ ਇਹ ਨਹੀਂ ਕਿ ਅਯੂਬ ਐਗਰੀਕਲਚਰ ਰਿਸਰਚ ਉਹ ਥੋੜਾ ਬਹੁਤ ਕਰ ਰਹੇ ਨੇ ਜਿੰਨਾ ਕਰ ਰਹੇ ਨੇ। ਲੇਕਿਨ ਅਗਰ ਤੁਹਾਡੀ ਆਪਣਾ ਅਗਲਾ ਕੁਐਸਚਨ ਇਹ ਹੈ ਕਿ ਅਗਰ ਆਪਾਂ ਮੁਕਾਮੀ ਸਤਹ ਤੇ ਦੀ ਪੈਦਾਵਾਰ ਦੇ ਵਿੱਚ ਇੰਟਰਸਟ ਜਿਸ ਤਰ੍ਹਾਂ ਤੁਸੀਂ ਲਿਆ ਇਹਨੂੰ ਮਾਰਕੀਟ ਵਿੱਚ ਲੈ ਆਉਂਦੇ ਆਪਣਾ ਲੋਕਲ ਪ੍ਰੋਡਕਟ ਤੋਂ
ਰੇਟ ਦੇ ਹਵਾਲੇ ਨਾਲ ਅਗਰ ਦੇਖਿਆ ਜਾਵੇ ਤੇ ਮੇਰਾ ਖਿਆਲ ਹੈ ਕੋਈ 4 ਗੁਣਾ ਜਾਂ 6 ਗੁਣਾ ਦੇਖੋ ਸਸਤਾ। ਜੀ ਇਹ ਹੁਣ ਬਿਲਕੁਲ ਮਿਨੀਮਮ ਵੀ ਬਿਲਕੁਲ ਥੱਲੇ ਰਹਿ ਕੇ ਵੀ ਵੈਸੇ ਮੈਨੂੰ ਉਹਨਾਂ ਨਾਲ ਮੇਰੀ ਮੁਲਾਕਾਤ ਨਹੀਂ ਹੋਈ ਹੈ ਲੇਕਿਨ ਇਹ ਕਰਸ਼ੀ ਔਰ ਹਮਦਰਦ ਵਾਲੇ ਜਿਹੜੇ ਨੇ ਉਹ ਵੀ ਇਹਦੀ ਕਰ ਰਹੇ ਨੇ ਜੀ ਜੀ ਕਰ ਰਹੇ ਨੇ। ਔਰ ਇਸ ਤਰ੍ਹਾਂ ਕਰਕੇ ਨਹੀਂ ਕਹਿਣਾ ਉਹਨਾਂ ਨਾਲ ਵੀ ਨਹੀਂ ਕਹਿਣਾ ਤੇ ਬਿਲਕੁਲ ਅਗਰ ਨਾ ਹੁੰਦਾ ਵੀ ਨਹੀਂ ਕਹਿਣਾ 1000 ਰੁਪਏ ਕੇਜੀ ਵੀ ਇਹ ਜਾਵੇ ਔਰ 25 ਮਣ ਹੈ ਤੇ ਉਹ ਤਕਰੀਬਨ 10 ਲੱਖ ਦਾ ਹੀ ਨਹੀਂ ਕਿ ਜਿਹੜਾ ਇਹ ਏਕੜ ਬਣ ਜਾਂਦਾ ਤੇ ਜਦਕਿ ਕੋਈ ਖਰਚੇ ਕੋਈ ਨਹੀਂ। ਇੰਪੋਰਟਡ ਜਿਹੜਾ ਤੁਸੀਂ ਮਾਲਸ ਦੇ ਉਹ ਤਾਂ ਵਿੱਚ ਖੈਰ ਬਹੁਤ ਵਿਜ਼ਿਟ ਹੈ, ਕੀਤਾ ਹੈ ਬਹੁਤ, ਉਸ ਦੇ ਵਿੱਚ ਕਿੰਨੀ ਕਾਸਟ ਉਹ ਹੋ? ਤਕਰੀਬਨ ਉਹਨਾਂ ਜੀ ਜਿਹੜਾ ਇੰਪੋਰਟਡ ਪੈਕਿੰਗ ਖੂਬਸੂਰਤ ਹੈ ਉਹ 250 ਗ੍ਰਾਮ ਤੋਂ 500 ਗ੍ਰਾਮ ਦੇ ਥੈਲੇ ਹੈ ਤੇ ਪੈਕਿੰਗ ਉਹ ਤਕਰੀਬਨ 3000 3500 4000 ਦੀ ਹੁੰਦੀ ਹੈ। ਮਤਲਬ 10 ਗੁਣਾ ਤੱਕ ਵੀ ਰੇਟ ਦੇ ਵਿੱਚ ਬਿਲਕੁਲ ਹੈ। ਜੀ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਜੀ, ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜੀ। अस्सलाम वालेकुम।